बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातुहू। जी नाज़रीन, अज के व्लॉग दे विच मैं तुहानूं एक बहुत ही दिलचस्प मज़ेदार कहानी सुनाउण लगा, जिहड़ी एक पाकिस्तान की मशहूर अदाकारा सी उस वेले दी, ते उन्हें अपनी जिंदगी दे विच 5 शादियां कीतियां। ते फिर आखिरी दिनां दे विच फिर ਉਹਦੇ ਕੋਲ ਤੁਸੀਂ देख लो, जिस वेले फौत ਹੁੰਦੀ ਆ कफन दफन ਦੇ पैसे नहीं हैगे, ਤੇ ਉਹਦੇ कफन दफन ਦਾ जिन्ना भी इंतजाम आ ਜਿਹੜੇ खैराती रकम नहीं ਹੁੰਦੀ ਉਹਦੇ ਵਿੱਚੋਂ ਉਹਦਾ सारा खर्चा किया गया ਤੇ ਉਹਨੂੰ दफनाया गया। ਤੇ ਉਹ ਕਿਹੜੀ अदाकारा और उन्हें 5 शादियां करने के बावजूद इस तरह की जिंदगी गुजारी, तो उसकी मुकम्मल तफसीलात मैं अज की तुहानूं इस वीडियो के विच दसांगा। लो जी, जे चैनल ते नवे आ ना तो चैनल नूं सबसक्राइब, लाइक और शेयर जरूर कर देना। तुहाडीआं मुहब्बतां दा बड़ा शुक्रिया। नाल नाल घंटी के बटन नूं भी दब दिओ, और जिस वेले तुसीं घंटी के बटन नूं दबोगे तो मेरी जिहड़ी भी नवी वीडियो अपलोड होएगी उसका नोटिफिकेशन तुहाडे कोल पहुँच जाएगा। तुहाडीआं मुहब्बतां दा बड़ा शुक्रिया, और तुसीं अपना कीमती टाइम कढ के मेरी वीडियो नूं वेखदे हो, बड़ी मेहरबानी। अल्लाह तुहानूं खुश रखे। ये अदाकारा मीना शूरी सी, जिन्हें अपनी जिंदगी दे विच 5 शादियां कीतियां। गल है कि इंसान जिंदगी दे विच ऊंच नीच अरूज सवाल वेखदा रहिंदा। ये अदाकारा 5 शादियां दे विच नाकाम हो गई। इहदी मुहब्बत किसी शादी नूं जित ना सकी। पता नहीं हुण इहदे शौहरां दे विच खामी सी या इहदे विच खामी सी, इह तां अल्लाह ही बेहतर जानदा। लेकिन अफसोस जरूर आ कि 5 शादियां करने के बावजूद आखिरी जिंदगी बेचारी ने बहुत तंगी के दिन गुजारे। आखिरी जिंदगी दे विच बंदा शादी इस वास्ते करदा कि सकून ना जिंदगी गुजारे। चलो एक दूजे ना बंदा दुख सुख फोलदा, एक दूजे का बुढ़ापे दे विच सहारा बनदा, ते बंदा इसे वास्ते शादी करदा ना कि मैनू जदों मैं बुढ़ापे जावां तो मैनू कोई परेशानी ना होवे, एक दूजे का सहारा बन सकीए। लेकिन ये बेचारी 5 शादियां करने के बावजूद भी जदों आखिरी दिन पहुँचती है बीमारी नाल लड़दियां होयां, ते कफन वास्ते भी पैसे नहीं सी। इहदा नाम मीना शूरी सी। इहदे माँ-प्यो ने मापिया ने इहदा नाम खुर्शीद जहां रखिया सी। मीना शूरी 1921 दे विच रायविंड दे विच पैदा हुई सी। ਇਹ ਰਾਏਵਿੰਡ ਦਾ ਇਲਾਕਾ ਅੱਜ ਕੱਲ੍ਹ ਤਾਂ ਲਾਹੌਰ ਦੇ ਵਿੱਚ ਹੁਣ ਸ਼ਾਮਲ ਹੋ ਗਿਆ। ਉਦੋਂ ਰਾਏਵਿੰਡ ਔਰ ਲਾਹੌਰ ਛੋਟੇ ਛੋਟੇ ਕਸਬੇ ਜਿਹੇ ਹੁੰਦੇ ਸੀ, ਇੰਨੀ ਆਬਾਦੀ ਨਹੀਂ ਸੀ ਹੁੰਦੀ ਹੈਗੀ। ਹੁਣ ਤਾਂ ਲਾਹੌਰ ਤੇ ਰਾਏਵਿੰਡ ਦੇ ਵਿੱਚ ਫਰਕ ਹੀ ਨਹੀਂ ਰਹਿ ਗਿਆ, ਰਾਏਵਿੰਡ ਵੀ ਲਾਹੌਰ 'ਚ ਹੀ ਸ਼ਾਮਲ ਆ ਸਮਝੋ। ਤੇ ਇਹਦੇ ਵਾਲਦ ਸਾਹਿਬ ਕੁਛ ਜ਼ਮੀਨਾਂ ਸੀ ਇਹਨਾਂ ਦੀਆਂ, ਤੇ ਜਦੋਂ ਉਹ ਵਿਕ ਵੁਕ ਗਈਆਂ, ਇਹਦੇ ਵਾਲਦ ਸਾਹਿਬ ਜਿਹੜੇ ਸੀ ਨਾ, ਇਹਦੀ ਮਾਂ ਨੂੰ ਤੇ ਇਹਦੀਆਂ ਭੈਣਾਂ ਨੂੰ ਗਾਲਾਂ ਗੁਲਾਂ ਕੱਢੀ ਜਾਂਦੇ ਹੁੰਦੇ ਸੀ। ਹਰ ਟਾਈਮ ਬੋਲੀ ਜਾਣਾ, ਕੁੜ ਕੁੜ ਕਰੀ ਜਾਣੀ। ਤੁਹਾਨੂੰ ਪਤਾ ਜਿਸ ਵੇਲੇ ਘਰ ਦੇ ਵਿੱਚ ਭੁੱਖ ਹੋਵੇ ਤੇ ਫਿਰ ਲੜਾਈ ਕਾਹਦੀ ਆ, ਭੁੱਖ ਦੀ ਲੜਾਈ ਆ ਨਾ। ਇਸੇ ਤਰ੍ਹਾਂ ਲੜਾਈ ਰਹਿੰਦੀ ਸੀ। ਤੇ ਅਦਾਕਾਰਾ मीना शूरी ਜਿਹੜੀ ਆ, ਇਹ 4 ਭੈਣ ਭਰਾ ਸੀ, ਤੇ ਦੂਸਰੇ ਨੰਬਰ ਤੇ ਸੀ ਸਭ ਤੋਂ ਬੜੀ ਇਹਦੀ ਭੈਣ ਸੀ, ਉਹਦਾ ਨਾਮ ਸੀ ਵਜ਼ੀਰ ਬੇਗਮ। ਉਹ जिस ਵੇਲੇ ਵਜ਼ੀਰ ਬੇਗਮ जवान ਹੋਈ ਤੇ ਉਦੋਂ ਇੰਡੀਆ ਪਾਕਿਸਤਾਨ ਇਕੱਠਾ ਸੀ, ਤੇ ਇਹਦੇ ਵਾਲदैन ਨੇ शादी ना एक असलम नामी लड़का सी बंबई का, ਉਹਦੇ ਨਾਲ कर ਦਿੱਤੀ। जिस ਵੇਲੇ ਇਹ मीना शूरी 12 साल की उम्र की हुई
ਤੇ ਉਹ ਜਿਹੜੀ ਵਜ਼ੀਰ ਬੇਗਮ ਬੰਬਈ ਗਈ ਸੀ ਅਸਲਮ ਦੇ ਨਾਲ ਵਿਆਹ ਕੇ, ਉਹਨੇ ਸੋਚਿਆ ਕਿ ਯਾਰ ਸਾਡੇ ਘਰ ਲੜਾਈ ਹੁੰਦੀ ਰਹਿੰਦੀ ਆ, ਬਹੁਤ ਗਰੀਬੀ ਆ, ਫਾਕਾ ਆ, ਕਿਉਂ ਨਾ ਮੈਂ ਆਪਣੀ ਅੰਮੀ ਨੂੰ ਤੇ ਭੈਣ ਨੂੰ ਬੰਬਈ ਬੁਲਾ ਲਵਾਂ ਤੇ ਇਹਦੇ ਵਾਸਤੇ ਕੋਈ ਰਿਸ਼ਤਾ ਚੰਗਾ ਜਿਹਾ ਲੱਭ ਲਈਏ। ਉਹਨੇ ਨਾ ਦੋਨਾਂ ਨੂੰ ਬੰਬਈ ਬੁਲਾ ਲਿਆ। ਹੁਣ ਜਿਹੜਾ ਅੱਗੇ ਅਸਲਮ ਸੀ ਨਾ, ਉਹਦੇ ਬੜੇ ਤਾਲੁਕਾਤ ਸੀ ਫਿਲਮ ਇੰਡਸਟਰੀ ਦੇ ਵਿੱਚ। ਉਹ ਇੱਕ ਦਿਨ ਐਸਾ ਕਰਨਾ ਹੋਇਆ ਕਿ ਇੱਕ ਸਹਰਾਬ ਮੋਦੀ ਦੀ ਫਿਲਮ ਸੀ ਸਿਕੰਦਰ, ਤੇ ਉਹਦੀ ਸ਼ੂਟਿੰਗ ਦੇ ਦੌਰਾਨ ਇਹ ਜਿਹੜੀ ਅਦਾਕਾਰਾ ਮੀਨਾ ਸ਼ੂਰੀ ਆ, ਆਪਣੇ ਬਹਿਨੋਈ ਅਸਲਮ ਔਰ ਆਪਣੀ ਭੈਣ ਵਜ਼ੀਰ ਬੇਗਮ ਨਾਲ ਸੈੱਟ ਤੇ ਚਲੀ ਜਾਂਦੀ ਆ। ਜਿਸ ਵੇਲੇ ਸੈੱਟ ਤੇ ਜਾਂਦੀ ਆ, ਇਹ ਚੂੰਕਿ ਬੜੀ ਸੋਹਣੀ ਸੀ, ਖੂਬਸੂਰਤ ਸੀ, ਜ਼ਰਾ ਕੱਪੜੇ ਲਸ਼-ਪਸ਼ ਹੋ ਕੇ ਗਈ ਮੇਕਅਪ ਕਰਕੇ, ਤੇ ਜਿਸ ਵੇਲੇ ਸੈੱਟ ਤੇ ਪਹੁੰਚਦੀ ਸੋਹਰਾਬ ਮੋਦੀ ਨੂੰ ਇਹ ਲੜਕੀ ਪਸੰਦ ਆ ਗਈ। ਸੋਹਰਾਬ ਮੋਦੀ ਨੇ ਇਹਨੂੰ ਫਿਲਮ ਸਿਕੰਦਰ ਦੇ ਵਿੱਚ ਕੰਮ ਵਾਸਤੇ ਕਿਹਾ, ਤੇ ਫਿਰ ਇਹਦੇ ਬਹਿਨੋਈ ਅਸਲਮ ਤੇ ਇਹਦੀ ਭੈਣ ਵਜ਼ੀਰ ਬੇਗਮ ਨੇ ਹਾਮੀ ਭਰ ਲਈ। ਇਸ ਤਰ੍ਹਾਂ ਫਿਰ ਇਹਨੇ ਇੱਕ ਛੋਟਾ ਜਿਹਾ ਰੋਲ ਫਿਲਮ ਸਿਕੰਦਰ ਦੇ ਵਿੱਚ 1941 ਦੇ ਵਿੱਚ ਕੀਤਾ, ਔਰ ਫਿਰ ਉਸ ਫਿਲਮ ਸਿਕੰਦਰ ਦੇ ਵਿੱਚ ਕਾਮਯਾਬ ਹੋਣ ਤੋਂ ਬਾਅਦ ਇਹਨੂੰ ਫਿਰ ਬਹੁਤ ਸਾਰੀਆਂ ਫਿਲਮਾਂ ਦੀ ਆਫਰ ਹੋ ਗਈ। ਇਹਨੇ ਜਿਸ ਵੇਲੇ ਹੋਰ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹਿਆ ਤਾਂ ਉਹ ਜਿਹੜਾ ਸੋਹਰਾਬ ਮੋਦੀ ਸੀ ਉਹਨੇ ਇਹਦੇ ਉੱਤੇ ਕੇਸ ਕਰ ਦਿੱਤਾ। ਉਹਨੇ ਕਿਹਾ ਕਿ ਤੂੰ ਮੇਰੇ ਨਾਲ 3 ਫਿਲਮਾਂ ਸਾਈਨ ਕਰਨੇ ਦਾ ਮੁਆਇਦਾ ਕੀਤਾ, ਤੂੰ ਕਿਸੇ ਹੋਰ ਦੀ ਫਿਲਮ ਦੇ ਵਿੱਚ ਕੰਮ ਨਹੀਂ ਕਰ ਸਕਦੀ। ਇਸ ਤਰ੍ਹਾਂ ਫਿਰ ਇਹ ਬਹੁਤ ਪਰੇਸ਼ਾਨ ਹੋ ਗਈ। ਇਹਨੇ ਫਿਰ ਸੋਹਰਾਬ ਮੋਦੀ ਦੀ ਬੇਗਮ ਨੂੰ ਮਿਲ ਕੇ ਤੇ ਸੋਹਰਾਬ ਮੋਦੀ ਨੂੰ ਮਿਲ ਕੇ ਉਹ ਜੁਰਮਾਨਾ ਫਿਰ ਜਿਹੜਾ 3 ਲੱਖ ਸੀ ਨਾ 30,000 ਕਰਵਾਇਆ। ਇਸ ਤਰ੍ਹਾਂ ਫਿਰ ਇਹਨੇ ਫਿਰ ਉਹ 30,000 ਰੁਪਇਆ ਜੁਰਮਾਨਾ ਉਸ ਵਕਤ ਦੇ ਵਿੱਚ ਦੇ ਕੇ ਤੇ ਫਿਰ ਦੂਸਰੀਆਂ ਫਿਲਮਾਂ ਫਿਰ ਇਹਨੇ ਸਾਈਨ ਕਰਨੀਆਂ ਸ਼ੁਰੂ ਕਰਤੀਆਂ। ਫਿਰ ਇਹਦੀ ਸ਼ਾਦੀ ਦਾ ਮਾਮਲਾ ਇੱਥੋਂ ਸ਼ੁਰੂ ਹੋਇਆ ਕਿ ਫਿਲਮ ਸਿਕੰਦਰ ਦੇ ਵਿੱਚ ਜਦੋਂ ਉਹਦੀ ਸ਼ੂਟਿੰਗ ਦੇ ਦੌਰਾਨ ਹੀ ਫਿਲਮ ਪ੍ਰੋਡਿਊਸਰ ਡਾਇਰੈਕਟਰ ਜ਼ਹੂਰ ਅਹਿਮਦ ਦੇ ਨਾਲ ਇਹਦੇ ਤਾਲੁਕਾਤ ਬਣ ਗਏ। ਸਭ ਤੋਂ ਪਹਿਲਾਂ ਇਹਨੇ ਸ਼ਾਦੀ 1942 ਦੇ ਵਿੱਚ ਜ਼ਹੂਰ ਅਹਿਮਦ ਨਾਲ ਕੀਤੀ, ਲੇਕਿਨ ਇਹ ਸ਼ਾਦੀ ਫਿਰ ਜ਼ਹੂਰ ਅਹਿਮਦ ਦੇ ਨਾਲ ਜ਼ਿਆਦਾ ਦੇਰ ਨਾ ਚੱਲ ਸਕੀ। ਉੱਥੋਂ ਫਿਰ ਬਾਅਦ ਇਹਦੀ ਤਲਾਕ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਇਹ ਸ਼ਾਦੀ ਕਰਦੀ ਆ ਅਦਾਕਾਰ ਸਾਥੀ ਇਹਦਾ ਹੁੰਦਾ ਨਾਸਰ, ਉਹਦੇ ਨਾਲ ਸ਼ਾਦੀ ਕਰਦੀ ਆ। ਅਦਾਕਾਰ ਨਾਸਰ ਦੇ ਨਾਲ ਵੀ ਇਹਦੀ ਸ਼ਾਦੀ ਜ਼ਿਆਦਾ ਦੇਰ ਨਹੀਂ ਚੱਲ ਸਕੀ, ਫਿਰ ਉਹਦੇ ਨਾਲ ਉਹ ਵੀ ਤਲਾਕ ਹੋ ਜਾਂਦੀ ਆ। ਫਿਰ ਇਹਦੀ ਤੀਸਰੀ ਸ਼ਾਦੀ ਰੂਪ ਕਿਸ਼ੋਰੀ ਨਾਲ ਹੋ ਜਾਂਦੀ ਆ, ਔਰ ਫਿਰ ਰੂਪ ਕਿਸ਼ੋਰੀ ਦੇ ਨਾਲ ਜਿਸ ਵੇਲੇ ਹੁੰਦੀ ਆ ਉਹ ਵੀ ਫਿਲਮਾਂ ਦਾ ਬਾਦਸ਼ਾਹ ਹੁੰਦਾ। ਬਾਫੇ ਉਹਦੀ ਵਜ੍ਹਾ ਨਾਲ ਵੀ ਫਿਰ ਇਹਨੂੰ ਫਿਲਮਾਂ ਦੇ ਵਿੱਚ ਕਾਫੀ ਕੰਮ ਮਿਲਦਾ ਰਿਹਾ। ਫਿਰ ਉਹਦੇ ਨਾਲ ਇਹਦੀ ਸ਼ਾਦੀ 6-7 ਸਾਲ ਦੱਸਦੇ ਨੇ ਕਿ ਚੱਲੀ। ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਵਿੱਚ ਫਿਰ ਇਹ ਸਨ 1956 ਦੇ ਵਿੱਚ ਜੇਸੀ ਆਨੰਦ ਇੱਕ ਫਿਲਮ ਬਣਾ ਰਹੇ ਨੇ, ਉਹਨਾਂ ਨੇ ਇਹਨਾਂ ਨੂੰ ਦਾਵਤ ਦੋਨਾਂ ਨੂੰ ਦਿੱਤੀ ਪਾਕਿਸਤਾਨ ਆਉਣ ਦੀ ਕਿ ਤੁਸੀਂ ਪਾਕਿਸਤਾਨ ਆਵੋ, ਮਿਸ 1956 ਦੇ ਵਿੱਚ ਕੰਮ ਕਰੋ। ਇਸ ਤਰ੍ਹਾਂ ਫਿਰ ਇਹ 1956 ਦੇ ਵਿੱਚ ਪਾਕਿਸਤਾਨ ਆਏ ਮਿਸ 1956 ਦੇ ਵਿੱਚ ਕੰਮ ਕਰਨੇ ਵਾਸਤੇ, ਔਰ ਉਹ ਫਿਲਮ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਔਰ ਉਹ ਫਿਲਮ ਹਿੱਟ ਹੋ ਗਈ। ਜਿਸ ਵੇਲੇ ਪਾਕਿਸਤਾਨ ਆਏ, ਉਹ ਚੂੰਕਿ ਰੂਪ ਕਿਸ਼ੋਰੀ ਸੀ ਜਿਹੜਾ ਉਹ ਹਿੰਦੂ ਸੀ, ਤੇ ਜਿਸ ਵੇਲੇ ਜਾਣ ਵਾਪਸੀ ਦਾ ਮੌਕਾ ਆਇਆ ਤੇ ਜਿਹੜੇ ਰੂਪ ਕਿਸ਼ੋਰੀ ਸੀ ਉਹ ਇਕੱਲੇ ਹੀ ਫਿਰ ਇੰਡੀਆ ਚਲੇ ਗਏ। ਇਹ ਪਾਕਿਸਤਾਨ ਦੇ ਵਿੱਚ ਹੀ ਰਹਿ ਗਈ। ਇਹਨੇ ਕਿਹਾ ਮੈਂ ਨਹੀਂ ਜਾਣਾ, ਮੈਂ ਆਪਣਾ ਇੱਥੇ ਹੀ ਜ਼ਿੰਦਗੀ ਜਿਹੜੀ ਆ ਪਾਕਿਸਤਾਨ 'ਚ ਹੀ ਗੁਜ਼ਾਰਨੀ ਆ। ਫਿਰ ਇਹ ਦੇਖ ਲਓ ਪਈ ਉਦੋਂ 12 ਸਾਲ ਦੀ ਉਮਰ 'ਚ ਇੰਡੀਆ ਗਈ ਸੀ, ਤੇ ਫਿਲਮਾਂ 'ਚ ਕੰਮ ਕੀਤਾ, 3 ਸ਼ਾਦੀਆਂ ਇਹਨੇ ਉੱਧਰ ਕੀਤੀਆਂ। ਫਿਰ ਇਹ ਪਾਕਿਸਤਾਨ ਆ ਗਈ 1956 'ਚ। ਉਸ ਤੋਂ ਬਾਅਦ ਫਿਰ ਇਹ ਪਾਕਿਸਤਾਨ 'ਚੋਂ ਗਈ ਨਹੀਂ, ਇੱਥੇ ਹੀ ਰਹੀ। ਫਿਰ ਇਹਨੇ ਇੱਕ ਸਾਡੇ
ਫਿਲਮਾਂ ਦਾ ਇੰਡਸਟਰੀ ਦਾ ਬਹੁਤ ਬੜਾ ਨਾਮ ਰਜ਼ਾ ਮੀਰ, ਉਹਦੇ ਨਾਲ ਇਹਨੇ ਸ਼ਾਦੀ ਕਰ ਲਈ, ਰਜ਼ਾ ਮੀਰ ਦੇ ਨਾਲ। ਫਿਰ ਉਹ ਸ਼ਾਦੀ ਜਿਹੜੀ ਰਜ਼ਾ ਮੀਰ ਦੇ ਨਾਲ ਕੀਤੀ ਨਾ, ਉਹ ਵੀ ਕੋਈ ਇੰਨੀ ਪਾਇਦਾਰ ਨਾ ਰਹੀ, ਉਹ ਵੀ ਨਾ ਇੰਨੀ ਦੇਰ ਚੱਲ ਸਕੀ। ਇਹਨਾਂ ਦੇ ਦੌਰਾਨ ਫਿਰ ਇਖਤਲਾਫਾਤ ਪੈਦਾ ਹੋ ਗਏ, ਫਿਰ ਇੱਕ ਦੂਜੇ ਕੋਲੋਂ ਅਲੱਗਾ ਹੋ ਗਏ। ਹੁਣ 4 ਸ਼ਾਦੀਆਂ ਹੋ ਗਈਆਂ। 5ਵੀਂ ਸ਼ਾਦੀ ਫਿਰ ਇਹਨੇ ਇੱਕ ਪਾਕਿਸਤਾਨੀ ਫਿਲਮ ਜਮਾਲੋ 1962 ਦੇ ਵਿੱਚ ਬਣੀ ਸੀ, ਉਹਦੇ ਵਿੱਚ ਅਦਾਕਾਰ ਸੀ ਅਸਦ ਬੁਖਾਰੀ ਸਾਹਿਬ, ਉਹਦੇ ਨਾਲ ਇਹਨੇ ਸ਼ਾਦੀ 5ਵੀਂ ਕਰਵਾ ਲਈ 1962 ਦੇ ਵਿੱਚ। ਫਿਰ ਇਹ ਵੀ ਸ਼ਾਦੀ ਕੋਈ ਜ਼ਿਆਦਾ ਦੇਰ ਨਾ ਚੱਲ ਸਕੀ, ਫਿਰ ਉਹਨਾਂ ਕੋਲੋਂ ਵੀ ਇਹ ਅਲੱਗਾ ਹੋ ਗਈ। ਬਸ ਫਿਰ 1974-75 ਦੇ ਵਿੱਚ ਇਹਦੇ ਉੱਤੇ ਬਹੁਤ ਬੁਰਾ ਸਵਾਲ ਆਇਆ, ਬੁਰੇ ਹਾਲਾਤ ਆ ਗਏ, ਬੜੇ ਤੰਗੀ ਦੇ ਦਿਨ ਆ ਗਏ। ਬੜੀ ਜਿਹਨੇ ਐਸ਼ੋ ਇਸ਼ਰਤ ਨਾਲ ਜ਼ਿੰਦਗੀ ਗੁਜ਼ਾਰੀ ਤੇ ਬਸ ਫਿਰ ਤੰਗੀ ਦੇ ਦਿਨ ਗੁਜ਼ਾਰਨੇ ਪੈ ਗਏ ਇਹਨੂੰ। ਫਾਕੇ ਆ ਗਏ ਘਰ ਦੇ ਵਿੱਚ, ਗਰੀਬ ਹੋ ਗਈ। ਆਖਰਕਾਰ 1999 ਨੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੀ ਹੈ। ਔਰ ਆਖਰ ਦੇ ਵਿੱਚ ਜਿਸ ਵੇਲੇ ਫੌਤ ਹੁੰਦੀ ਆ, ਇਹਦੇ ਘਰ ਦੇ ਵਿੱਚ ਕਫਨ ਦਫਨ ਵਾਸਤੇ ਵੀ ਪੈਸੇ ਨਹੀਂ ਸੀ ਹੈਗੇ। ਇੱਕ ਹੁੰਦਾ ਨਾ, ਚਲੋ ਯਾਰ ਕਫਨ ਲੈ ਆਵੋ, ਅੱਜ ਦੇ ਦੌਰ ਦੇ ਵਿੱਚ ਤਾਂ ਕਫਨ ਅਗਰ ਤੁਸੀਂ ਲੈਣ ਜਾਵੋ ਨਾ, ਟੋਟਲ ਵੈਸੇ ਸਾਡੇ ਇਲਾਕੇ 'ਚ ਇੱਥੇ ਦੇ ਰਹੇ ਨੇ 2800, 2700 ਤੱਕ। ਲੇਕਿਨ ਅਗਰ ਤੁਸੀਂ ਫੈਸਲਾਬਾਦ ਹੋਲਸੇਲ 'ਚੋਂ ਲੈਣ ਜਾਵੋ ਨਾ ਕਫਨ, ਉਹ 1100 ਰੁਪਏ ਦਾ ਦਿੰਦੇ ਆ। ਉਹ ਘੰਟੇ ਘਰ ਦੇ ਕੋਲ ਚਨਰੋਟ ਬਾਜ਼ਾਰ ਦੇ ਕੋਲ ਨਾ, ਜਦੋਂ ਤੁਸੀਂ ਘੰਟੇ ਘਰ ਵੱਲੋਂ ਇਨ ਹੋਵੋ, ਸੱਜੇ ਹੱਥ ਜਿਹੜੀਆਂ ਦੁਕਾਨਾਂ ਨੇ, ਉਹ 1100 ਰੁਪਏ ਦਾ ਕਫਨ ਦਿੰਦੇ ਨੇ। ਗੱਲ ਹੋਰ ਪਾਸੇ ਨਿਕਲ ਗਈ ਕਿ ਕਫਨ ਜਿਹੜਾ ਨਾ, ਉਹ ਵੀ ਇਹਦੇ ਖੈਰਾਤੀ ਪੈਸਿਆਂ ਨਾਲ ਖਰੀਦਿਆ ਗਿਆ, ਔਰ ਕਬਰ ਕਢਾਈ ਦੇ ਜਿਹੜੇ ਪੈਸੇ ਲੈਂਦੇ ਨੇ, ਉਹ ਵੀ ਖੈਰਾਤੀ ਰਕਮ ਨਾਲ ਕੀਤੇ ਗਏ। ਇਸ ਤਰ੍ਹਾਂ ਇਹਦੇ ਕਫਨ ਦਫਨ ਦਾ ਸਮਾਨ ਜਿੰਨਾ ਵੀ ਸੀ, ਉਹ ਵੀ ਖੈਰਾਤੀ ਪੈਸਿਆਂ ਨਾਲ ਕੀਤਾ ਗਿਆ। ਕਈ ਅਮੀਰ ਲੋਕ ਹੁੰਦੇ ਆ ਜਿਹੜੇ ਖੈਰਾਤ ਦੇ ਤੌਰ 'ਤੇ ਇਸ ਤਰ੍ਹਾਂ ਦੇ ਫਲਾਹੀ ਕੰਮ ਕਰਦੇ ਨੇ, ਤੇ ਅੱਲਾਹ ਤਾਲਾ ਕਿਸੇ ਤੇ ਵੀ ਐਸਾ ਵਕਤ ਨਾ ਲਿਆਵੇ, ਅੱਲਾਹ ਤਾਲਾ ਬੁਰੇ ਵਕਤ ਤੋਂ ਬਚਾਵੇ, ਅੱਲਾਹ ਤਾਲਾ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਇਹ ਸੀ ਇੱਕ ਦਰਦ ਭਰੀ ਕਹਾਣੀ ਅਦਾਕਾਰਾ ਮੀਨਾ ਸ਼ੂਰੀ ਦੀ, ਜਿਹੜੀ ਮੈਂ ਤੁਹਾਨੂੰ ਦੱਸੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਅੱਲਾਹ ਤਾਲਾ ਆਪਣੇ ਹਿਫਜ਼ੋ ਇਮਾਨ 'ਚ ਤੁਹਾਨੂੰ ਔਰ ਮੈਨੂੰ ਔਰ ਸਭ ਮੁਸਲਮਾਨਾਂ ਨੂੰ ਰੱਖੇ, ਮੇਰੀ ਦੁਆ ਆ। ਤੇ ਅਸਲਾਮੁ ਅਲੈਕਮ व रहमतुल्लाहि व बरकातुहू।